ਫੋਰਚੂਨ ਆਇਲਟ ਸਕੂਲ ਹੈੱਡ ਆਫਿਸ ਰਾਏਕੋਟ ਤੇ ਇਹਨਾਂ ਦੀ ਇੱਕ ਬ੍ਰਾਂਚ ਜਗਰਾਉਂ ਵਿਖੇ ਵੀ ਹੈ। ਇਥੋਂ ਦੇ ਐਮਡੀ ਮਿਸਟਰ ਬਲਵੰਤ ਸਿੰਘ ਨੇ ਜੋ ਕਿ ਖੁਦ ਬਹੁਤ ਹੀ ਕੁਆਲੀਫਾਈਡ ਤੇ ਹਾਈਲੀ ਐਜੂਕੇਟਿਡ ਨੇ। ਇਸ ਇੰਸਟੀਚਿਊਟ ਦੇ ਵਿੱਚ ਹਾਈਲੀ ਐਜੂਕੇਟਿਡ ਸਟਾਫ ਹੈ ਜੋ ਕਿ ਆਇਲਟਸ ਦੇ ਵਿੱਚ 8 ਬੈਂਡ ਤੱਕ ਹਾਸਿਲ ਕਰ ਚੁੱਕੇ ਨੇ। ਉਹ ਵਿਦਿਆਰਥੀਆਂ ਨੂੰ ਕੋਚਿੰਗ ਦਿੰਦੇ ਨੇ। ਇਹ ਇੰਸਟੀਚਿਊਟ 2009 ਤੋਂ ਚੱਲ ਰਿਹਾ ਹੈ। ਇਸ ਸਕੂਲ ਵਿੱਚ ਪੀਟੀਈ ਆਇਲਟਸ ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਟੱਡੀ ਵੀਜ਼ਾ, ਸਪਾਊਸ ਵੀਜ਼ਾ, ਵਿਜ਼ਿਟਰ ਵੀਜ਼ਾ ਹਾਸਲ ਕਰਨ 'ਚ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਇੱਥੇ ਬੱਚਿਆਂ ਨੂੰ ਖਾਸ ਤੌਰ ਤੇ ਕੰਪਿਊਟਰ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ। ਫੋਰਚੂਨ ਆਇਲਟਸ ਸਕੂਲ ਦੇ ਐਮਡੀ ਮਿਸਟਰ ਬਲਵੰਤ ਸਿੰਘ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ, ਜਿਨ੍ਹਾਂ ਨੇ ਵਿਸਥਾਰ ਨਾਲ ਇਸ ਸੰਸਥਾ ਬਾਰੇ ਦੱਸਿਆ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਫੋਰਚੂਨ ਆਇਲਟਸ ਸਕੂਲ ਦੇ ਵਿੱਚ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਆਪਣੇ ਰਾਏਕੋਟ 'ਚ। ਵੀਰ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਵੀਰ ਜੀ, ਉਹ ਸਮਾਂ ਜਦੋਂ ਆਇਲਟਸ ਦਾ ਜਿਹੜਾ ਨਾਮ ਆ ਕੋਈ ਟਾਵਾਂ ਟਿੱਲਾ ਲੈਂਦਾ ਹੁੰਦਾ ਸੀਗਾ 12 ਸਾਲ ਪਹਿਲਾਂ, ਜਦੋਂ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ, ਉਸ ਦਿਨ ਦਾ ਔਰ ਅੱਜ ਦਾ ਕੀ ਫਰਕ ਹੈ? ਉਸ ਦਿਨ ਦੇ ਵਿੱਚ ਜੇ ਆਪਾਂ ਦੇਖੀਏ 12 ਸਾਲ ਪਹਿਲਾਂ, ਤਾਂ ਪਿੰਡਾਂ ਦੇ ਵਿੱਚੋਂ 5, 7, 10 ਘਰ ਜਿਹੜੇ ਇਹੋ ਜਿਹੇ ਹੁੰਦੇ ਸੀ ਜਿਹੜੇ ਬੱਚਿਆਂ ਨੂੰ ਬਾਹਰ ਜਾਣ ਦੇ ਵਿੱਚ ਇੰਟਰਸਟਡ ਤਾਂ ਨੋ ਡਾਊਟ ਸਾਰੇ ਹੁੰਦੇ ਸੀ, ਲੇਕਿਨ ਆਈਲੈਟਸ ਦਾ ਔਰ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਅਭਾਵ ਘੱਟ ਹੁੰਦਾ ਸੀਗਾ। ਉਸ ਦਿਨ ਦਾ ਔਰ ਅੱਜ ਦਿਨ ਦਾ, ਜਦੋਂ ਕਿ ਇੰਸਟੀਟਿਊਸ਼ਨ ਵੀ ਬਹੁਤ ਖੁੱਲ੍ਹ ਗਏ ਨੇ ਔਰ ਜਿਹੜੀਆਂ ਇਹ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਗਈਆਂ ਨੇ, ਕੀ ਕਹਿਣਾ ਚਾਹੁੰਦੇ? ਹਾਂਜੀ, ਜਦੋਂ ਅਪਰੋਕਸੀਮੇਟਲੀ 12 ਸਾਲ ਪਹਿਲਾਂ ਮੈਂ ਕੰਮ ਸ਼ੁਰੂ ਕੀਤਾ ਸੀ ਤਾਂ ਉਦੋਂ ਰਾਏਕੋਟ ਦੇ ਵਿੱਚ 4 ਤੋਂ 5 ਇੰਸਟੀਟਿਊਸ਼ਨ ਹੀ ਸੀਗੇ ਤੇ ਉਦੋਂ ਮਤਲਬ ਬੱਚਿਆਂ ਦਾ ਇੰਟਰਸਟ ਬਹੁਤ ਘੱਟ ਸੀ। ਬਹੁਤ ਘੱਟ ਬੱਚੇ ਮਤਲਬ ਕਾਉਂਸਲਿੰਗ ਲਈ ਆਉਂਦੇ ਹੁੰਦੇ ਸੀਗੇ ਤਾਂ ਰਾਏਕੋਟ ਦੇ ਵਿੱਚ ਇੰਨਾ ਜ਼ਿਆਦਾ ਕਰਾਊਡ ਨਹੀਂ ਸੀਗਾ। ਆਇਲਟਸ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ ਘੱਟ ਸੀਗੀ, ਜਾਂ ਬੱਚੇ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਹੀ ਮਤਲਬ ਪੜ੍ਹਾਈ ਕਰਨਾ ਚਾਹੁੰਦੇ ਸੀ ਆਪਣੇ ਗ੍ਰੈਜੂਏਸ਼ਨ ਕੋਰਸਿਸ ਲਈ ਜਾਂ ਪੋਸਟ ਗ੍ਰੈਜੂਏਸ਼ਨ ਕੋਰਸ ਲਈ। ਤਾਂ ਸਮੇਂ ਨਾਲ ਹੌਲੀ ਹੌਲੀ ਬਦਲਾਅ ਹੁੰਦਾ ਗਿਆ। ਜਿਵੇਂ ਜਿਵੇਂ ਬੱਚੇ ਆਈ ਗਏ, ਬੱਚੇ ਫੋਰਨ ਯੂਨੀਵਰਸਿਟੀਜ਼ ਦੇ ਵਿੱਚ ਗਏ, ਉਹਨਾਂ ਨੇ ਬੜਾ ਅੱਛਾ ਫੀਡਬੈਕ ਦਿੱਤਾ ਆਪਣੇ ਰਿਲੇਟਿਵਸ ਨੂੰ, ਆਪਣੇ ਫਰੈਂਡ ਸਰਕਲ ਨੂੰ, ਤਾਂ ਹੌਲੀ ਹੌਲੀ ਇਹ ਝੁਕਾਅ ਵੱਧਦਾ ਇੱਕ ਬਹੁਤ ਅੱਛਾ ਟਰੈਂਡ ਬਣ ਗਿਆ। ਅਤੇ ਅੱਜ ਦੀ ਡੇਟ ਦੇ ਵਿੱਚ ਮਤਲਬ ਹਰ ਬੱਚਾ ਜੋ ਗ੍ਰੈਜੂਏਸ਼ਨ ਕਰ ਰਿਹਾ ਜਾਂ 10+2 ਪੜ੍ਹਨ ਤੋਂ ਬਾਅਦ, ਉਹਦਾ ਇੱਕ ਡਰੀਮ ਆ ਕਿ ਉਹ ਆਪਣੇ ਆਪ ਨੂੰ ਇੰਟਰਨੈਸ਼ਨਲ ਲੈਵਲ 'ਤੇ ਐਕਸਪਲੋਰ ਕਰੇ। ਇਹ ਚੀਜ਼ 12 ਸਾਲ ਪਹਿਲਾਂ ਨਾ ਤਾਂ ਪੇਰੈਂਟਸ ਨੂੰ ਇੰਨੀ ਅਵੇਅਰਨੈਸ ਸੀ, ਨਾ ਬੱਚਿਆਂ ਨੂੰ ਅਵੇਅਰਨੈਸ ਸੀ, ਨਾ ਉਹਨਾਂ ਦਾ ਉਸ ਲੈਵਲ 'ਤੇ ਉਹਨਾਂ ਦਾ ਕੋਈ ਵਰਕਆਊਟ ਸੀ। ਬਟ ਇਹਨਾਂ 12 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਅੱਗੇ ਆਈਆਂ, ਉਹਨਾਂ ਨੇ ਸੈਮੀਨਾਰਸ ਔਰਗੇਨਾਈਜ਼ ਕੀਤੇ, YouTube ਚੈਨਲਸ ਬਣੇ, ਤਾਂ ਲੋਕਾਂ ਨੂੰ ਮਤਲਬ ਹਰ ਤਰ੍ਹਾਂ ਦੀ ਜਾਣਕਾਰੀ ਉਹਨਾਂ ਦੇ ਘਰ ਤੱਕ ਹੀ ਪਹੁੰਚਦੀ ਸ਼ੁਰੂ ਹੋ ਗਈ। ਤਾਂ ਇਹਦੇ ਕਰਕੇ ਮਤਲਬ ਇਸ ਚੀਜ਼ ਦਾ ਟ੍ਰੈਂਡ ਕਾਫੀ ਸਮੇਂ ਨਾਲ ਬਦਲਿਆ। ਸਰ, ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਸਟਾਰਟਿੰਗ ਦੇ ਵਿੱਚ ਜੋ ਕੀਤਾ ਸੀਗਾ, ਅੱਜ ਤੁਸੀਂ ਆਪਣੀਆਂ ਟੀਚਰਸ ਨੂੰ ਕਾਉਂਸਲ ਕਰਦੇ ਹੋ ਔਰ ਟੀਚਰਸ ਵੀ ਇੱਦਾਂ ਮੰਨਦੀਆਂ ਕਿ ਅਸੀਂ ਇੱਥੇ ਜਦੋਂ ਆਏ ਹਾਂ, ਜਿਹੜੇ ਬੱਚੇ ਪਿੰਡਾਂ ਦੇ ਆਉਂਦੇ ਆ, ਜਿਨ੍ਹਾਂ ਨੇ ਖੂਨ ਪਸੀਨੇ ਦੀ ਕਮਾਈ ਜਿਹੜੀ ਇੱਥੇ ਡੋਲਣੀ ਹੈਗੀ ਆ, ਉਹਨਾਂ ਦੇ ਨਾਲ ਇੱਕ ਜਸਟਿਸ ਕਰਨਾ, ਔਰ ਉਹਨੂੰ ਲੈ ਕੇ ਤੁਸੀਂ ਟੀਚਰ ਸਟੂਡੈਂਟ ਰੇਸ਼ੋ ਵਧੀਆ ਰੱਖਦੇ ਹੋ। ਸਟੂਡੈਂਟਸ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਾਰਟ ਟਾਈਮ ਵੀ ਉਹਨਾਂ ਦੇ ਨਾਲ ਅਟੈਚਮੈਂਟ ਹੁੰਦੀ ਹੈ। ਕੋਈ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਤੋਂ ਬਿਨਾਂ ਕੋਈ ਉਹਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਦੀ ਕੋਈ ਦਿੱਕਤ ਆਉਂਦੀ ਹੈਗੀ ਆ, ਉਹਦੇ ਨਾਲ ਵੀ ਅਟੈਚ ਹੁੰਦੇ ਆ। ਤੁਹਾਡੇ ਟੀਚਰਸ ਉਹਨਾਂ ਨੂੰ ਗਾਈਡ ਕਰਦੇ ਆ, ਮੋਟੀਵੇਟ ਕਰਦੇ ਆ। ਮਤਲਬ ਇਹ ਇੱਕ ਇੰਸਟੀਟਿਊਸ਼ਨ ਐਸਾ ਇੰਸਟੀਟਿਊਸ਼ਨ ਹੈ, ਜਦੋਂ ਬੰਦਾ ਆਉਂਦਾ ਉਹਦੀ ਲੈਂਗੁਏਜ ਬੋਡੀ ਦੀ ਹੋਰ ਤਰ੍ਹਾਂ ਦੀ ਹੁੰਦੀ, ਜਦੋਂ ਬਾਹਰ ਜਾਂਦਾ ਤਾਂ ਇੱਕ ਬੜਾ ਐਨਰਜੈਟਿਕ ਉਹਦੇ ਵਿੱਚ ਮਾਈਂਡ ਸੈਟਅਪ ਹੁੰਦਾ। ਇਕੱਲਾ ਬਾਹਰ ਜਾਣਾ ਹੀ ਨਹੀਂ, ਬਲਕਿ ਸੋਸਾਇਟੀ 'ਚ ਵੀ ਖੜਨਾ, ਕੋਈ ਇੰਟਰਵਿਊਜ਼ ਦੇਣੀ ਆ, ਕਿਤੇ ਹੋਰ ਸੈਟਿੰਗ ਕਰਨੀ ਆ ਆਪਣੀ ਜ਼ਿੰਦਗੀ ਦੀ, ਉਹਦੇ ਵਿੱਚ ਵੀ ਤੁਸੀਂ ਉਹਦੇ ਸਹਾਈ ਹੋ ਰਹੇ। ਬਿਲਕੁਲ ਸਰ, ਦੇਖੋ ਜਦੋਂ ਵੀ ਕੋਈ ਬੱਚਾ ਆਇਲਟਸ ਲਈ ਪਲਾਨ ਕਰਦਾ ਹੈਗਾ ਤਾਂ ਉਹਦਾ ਇੱਕ ਡਰੀਮ ਹੁੰਦਾ ਕਿ ਅਬਰੋਡ ਜਾ ਕੇ ਉਹ ਸਕਸੈਸਫੁਲ ਕਰੀਅਰ ਬਣਾਵੇ, ਆਪਣਾ ਇੱਕ ਯੂਨੀਵਰਸਿਟੀ ਦੇ ਚੰਗੇ ਕਾਲਜ ਦੇ ਵਿੱਚ ਪੜ੍ਹੇ। ਤਾਂ ਔਨ ਦਾ ਬੇਸਿਸ ਦੈਟ ਜਦੋਂ ਬੱਚਾ ਸਾਡੇ ਕੋਲ ਐਂਟਰ ਹੁੰਦਾ, ਸਾਡੇ ਕੋਲ 4 ਡਿਫਰੈਂਟ ਲੈਵਲਸ ਨੇ ਜਿਨ੍ਹਾਂ 'ਤੇ ਅਸੀਂ ਬੱਚਿਆਂ ਦੇ ਜਿਹੜੇ ਸਕਿੱਲਸ ਨੂੰ ਰੇਜ਼ ਕਰਦੇ ਹਾਂ। ਅਸੀਂ ਪਹਿਲਾਂ ਬਹੁਤ ਬੇਸਿਕ ਲੈਵਲ ਤੋਂ ਉਹਨਾਂ ਨੂੰ ਪੁਸ਼ ਕਰਦੇ ਹਾਂ। ਤਾਂ ਉੱਥੇ ਟੀਚਰਸ ਦੇ ਜਿਹੜੇ ਸਾਡੇ ਕੋਲ ਟੀਚਰਸ ਦਾ ਲੈਵਲ ਆ ਉਹ ਮਿਨੀਮਮ 8 ਬੈਂਡ ਸਕੋਰਿੰਗ ਟੀਚਰਸ ਨੇ, ਘੱਟੋ ਘੱਟ ਜਿਨ੍ਹਾਂ ਦਾ 4 ਤੋਂ 5 ਸਾਲ ਦਾ ਐਕਸਪੀਰੀਅੰਸ ਆ। ਇਟ ਮੀਨਸ ਉਹਨਾਂ ਨੂੰ ਬਹੁਤ ਅੱਛੀ ਮੁਹਾਰਤ ਆ ਆਲਰੇਡੀ ਆਇਲਟਸ ਨੂੰ ਕੋਚ ਕਰਨ ਦੀ ਬੱਚਿਆਂ ਨੂੰ। ਤਾਂ ਬੱਚਾ ਜਿਸ ਲੈਵਲ ਨਾਲ ਵੀ ਸਾਡੇ ਕੋਲ ਆਉਂਦਾ ਨਾ ਗਾ, ਅਸੀਂ ਉਸ ਨੂੰ ਉਸ ਲੈਵਲ ਤੋਂ ਪੁਸ਼ ਕਰਕੇ
ਫਿਰ ਉਹਦੇ ਵਿੱਚ ਉਹਨੂੰ ਕੌਨਫੀਡੈਂਸ ਰੇਜ਼ ਕਰਦੇ ਹਾਂ ਕਿ ਲੈਂਗੁਏਜ ਬਹੁਤ ਈਜ਼ੀ ਹੈ, ਇਹਨੂੰ ਬਹੁਤ ਸੌਖੇ ਢੰਗ ਨਾਲ ਸਿੱਖਿਆ ਜਾ ਸਕਦਾ। ਫਿਰ ਰੈਗੂਲਰ 7 ਤੋਂ 8 ਘੰਟੇ ਦੀ ਕਲਾਸ ਦੇ ਰਹੇ ਹਾਂ ਅਸੀਂ, ਮਤਲਬ ਜਿਹਦੇ ਵਿੱਚ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 4 4:30 ਵਜੇ ਤੱਕ ਬੱਚੇ ਰੈਗੂਲਰਲੀ ਮਿਹਨਤ ਕਰਦੇ ਨੇ ਸਾਡੇ ਕੋਲੇ। ਤੇ ਸਾਡੇ ਕੋਲ ਇੰਨਾ ਵਾਸਟ ਵੈਰਾਈਟੀ ਆਫ ਮਟੀਰੀਅਲ ਆ, ਲੇਟੈਸਟ ਮਟੀਰੀਅਲ ਆ ਜਿਨ੍ਹਾਂ 'ਤੇ ਕੰਮ ਕੀਤਾ ਜਾਂਦਾ ਗਾ ਕਿ ਰੈਗੂਲਰਲੀ ਪ੍ਰੈਕਟਿਸ ਕੀਤੀ ਜਾਂਦੀ ਹੈ। ਸਾਰੇ ਮੋਡਿਊਲਸ ਦੀ 2-2 ਵਾਰ ਮੋਡਿਊਲਸ ਕਰਵਾਏ ਜਾਂਦੇ ਨੇ, ਐਕਸਪਲੇਨੇਸ਼ਨਸ ਕਰਵਾਈਆਂ ਜਾਂਦੀਆਂ ਨੇ, ਹਰ ਬੱਚੇ ਦੀ ਵੀਕਨੈਸ ਦਾ ਖਿਆਲ ਰੱਖਿਆ ਜਾਂਦਾ ਨਾ, ਡੇਲੀ ਅਸੈਸਮੈਂਟ ਟੈਸਟ ਲਏ ਜਾਂਦੇ ਨੇ, ਵੋਕੈਬਲਰੀ ਟੈਸਟ ਲਏ ਜਾਂਦੇ ਨੇ। ਤਾਂ ਇੱਥੇ ਜਦੋਂ ਬੱਚਾ 1 ਮਹੀਨਾ ਜਾਂ 2 ਮਹੀਨੇ ਜਾਂ 3 ਮਹੀਨੇ ਲਗਾਉਣ ਤੋਂ ਬਾਅਦ ਫਿਰ ਜਦੋਂ ਉਹ ਅਟੈਂਪਟ ਲੈਂਦਾ ਆਪਣੇ ਟੈਸਟ ਦੀ, ਤਾਂ ਪਹਿਲੀ ਵਾਰ 'ਚ ਉਹਦੇ ਬਹੁਤ ਅੱਛੇ 7 7.5 ਬੈਂਡ ਜਦੋਂ ਸਕੋਰ ਕਰਦਾ ਹੈਗਾ, ਨਾਲ ਉਹਦੇ ਵਿੱਚ ਇੱਕ ਐਨਰਜੈਟਿਕ ਫੀਲਿੰਗ ਹੁੰਦੀ ਹੈ ਕਿ ਉਹ ਵਰਲਡ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਆਪਣੇ ਆਪ ਨੂੰ ਕੰਫਰਟੇਬਲੀ ਫੇਸ ਕਰ ਸਕਦਾ ਹੈਗਾ ਯੂਨੀਵਰਸਿਟੀਜ਼ ਨੂੰ, ਕਾਲਜਿਸ ਨੂੰ, ਉੱਥੋਂ ਦੀ ਐਜੂਕੇਸ਼ਨ। ਸਰ ਅੱਜ ਆਪਾਂ ਗੱਲ ਕਰੀਏ ਇਹ ਇੰਸਟੀਟਿਊਸ਼ਨ ਜਿਹੜੀ ਇੱਕ ਕੰਪਲੀਟ ਸੋਲੂਸ਼ਨ ਹੈਗਾ ਬਾਹਰ ਜਾਣ ਦਾ, ਚਾਹੇ ਉਹ ਆਈਲੈਟਸ ਹੋਣ, ਚਾਹੇ ਸਟੱਡੀ ਵੀਜ਼ਾ ਹੋਵੇ, ਵਿਜ਼ਟਰ ਵੀਜ਼ਾ ਹੋਵੇ, ਬੰਦਾ ਆਈਲੈਟਸ ਕਰ ਲੈਂਦਾ ਹੈਗਾ। ਆਈਲੈਟਸ ਤੋਂ ਬਾਅਦ ਪਹਿਲਾਂ ਜਿਸ ਤਰੀਕੇ ਦੇ ਨਾਲ ਤੁਸੀਂ ਸਟਾਰਟਿੰਗ ਕੀਤੀ, ਉਸ ਤੋਂ ਐਕਸਪੀਰੀਅੰਸ ਲੈਂਦੇ ਗਏ, ਸਾਰੇ ਯੂਨੀਵਰਸਿਟੀਜ਼ ਦੇ ਨਾਲ ਤੁਹਾਡਾ ਲਿੰਕ ਅਪ ਹੈਗਾ, ਚਾਹੇ ਆਸਟ੍ਰੇਲੀਆ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਨਿਊਜ਼ੀਲੈਂਡ ਦੀ ਗੱਲ ਕਰ ਲਈਏ, ਯੂਕੇ ਦੀ ਗੱਲ ਕਰ ਲਈਏ, ਹਰ ਕੰਟਰੀ ਦੇ ਵਿੱਚ ਤੁਹਾਡੇ ਨਾਲ ਇੱਕ ਅਟੈਚਮੈਂਟ ਲੋਕਾਂ ਦੀ ਬਣੀ ਹੋਈ ਹੈ। ਔਰ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਦੇ ਲਈ ਕੋਈ ਜ਼ਿਆਦਾ ਪ੍ਰੋਬਲਮਸ ਨਹੀਂ ਆਉਂਦੀ। ਯੂਨੀਵਰਸਿਟੀਜ਼ ਤੁਹਾਡੇ ਇੱਥੇ ਆਉਂਦੀਆਂ, ਸੈਮੀਨਾਰ ਵੀ ਕਰਦੀਆਂ ਨੇ ਆ ਕੇ, ਹੋਰ ਵੀ ਲੋਕ ਜਿਹੜੇ ਤੁਹਾਡੇ ਨਾਲ ਅਟੈਚ ਰਹਿੰਦੇ ਨੇ, ਜਿਹਦੇ ਨਾਲ ਕਿ ਬੱਚਿਆਂ ਦੇ ਲਈ ਇੱਕ ਈਜ਼ੀ ਨੈਟਵਰਕ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਹੈ। ਸਰ ਜਦੋਂ ਬੱਚਾ ਇੱਥੇ ਆਇਲਸ ਕਰਦਾ ਹੈਗਾ ਤਾਂ ਸਾਡੇ ਕੋਲੇ ਮਤਲਬ ਅੱਜ ਦੀ ਡੇਟ ਦੇ ਵਿੱਚ 8 to 10 ਸਟੂਡੈਂਟਸ ਦੀ ਐਵਰੇਜ ਹੈ ਜਿਹੜੇ ਕਿ ਡੇਲੀ ਰਿਕਰੂਟ ਕੀਤੇ ਜਾਂਦੇ ਨੇ ਫੋਰਨ ਯੂਨੀਵਰਸਿਟੀ ਦੇ ਵਿੱਚ। ਇਟ ਮੀਨਸ ਤੁਸੀਂ ਇਹ ਇਮੈਜਿਨ ਕਰ ਸਕਦੇ ਹੋ ਕਿ ਬਹੁਤ ਸਾਰੀ ਜਿਹੜੀਆਂ ਫੈਮਲੀਜ਼ ਨੇ ਉਹਨਾਂ ਦਾ ਬੜਾ ਅੱਛਾ ਸਾਡੇ ਨਾਲ ਟਰਸਟ ਬਣਿਆ ਹੋਇਆ। ਉਹ ਟਰਸਟ ਬਣਿਆ ਕਿਉਂ ਆ? ਉਹਦਾ ਇੱਕ ਰੀਜ਼ਨ ਆ ਕਿ ਵੀ ਹੈਵ ਬੀਨ ਵਰਕਿੰਗ ਹਾਰਡ ਫॉर ਪਾਸਟ 11 years 12 years। ਤਾਂ ਅਸੀਂ ਇੱਕ ਫੈਮਿਲੀ ਨੂੰ ਆਪਦੇ ਨਾਲ ਜੋੜਿਆ, ਉਹਨਾਂ ਨੂੰ ਅੱਛੀਆਂ ਸੇਵਾਵਾਂ ਦਿੱਤੀਆਂ। ਜਦੋਂ ਬੱਚਾ ਆਇਆ ਉਹਨੂੰ ਰਾਈਟ ਕੋਰਸ ਤੇ ਕਾਲਜ ਦੀ ਆਪਸ਼ਨ ਦਿੱਤੀ ਉਹਨਾਂ ਦੇ ਬਜਟ ਦੇ ਅਕੋਰਡਿੰਗ, ਕਿਉਂਕਿ ਕੈਨੇਡਾ ਬਹੁਤ ਵੱਡਾ ਹੈਗਾ, ਉਹਦੇ ਵਿੱਚ ਬਹੁਤ ਸਾਰੇ ਇੰਸਟੀਟਿਊਸ਼ਨਸ ਨੇ, ਕਾਲਜਿਸ ਨੇ, ਯੂਨੀਵਰਸਿਟੀਜ਼ ਨੇ। ਉਹਨਾਂ ਦੇ ਬਜਟ ਦੇ ਅਕੋਰਡਿੰਗ, ਉਹਨਾਂ ਦੀ ਐਜੂਕੇਸ਼ਨ ਦੇ ਅਕੋਰਡਿੰਗ ਉਹ ਕਿਵੇਂ ਆਪਣੀ ਡਿਪਲੋਮਾ ਜਾਂ ਡਿਗਰੀ ਨੂੰ ਪਰਸਿਊ ਕਰ ਸਕਦੇ ਨੇ, ਉੱਥੇ ਵਰਕ ਸਕੋਪ ਕੀ ਹੋਏਗਾ, ਪਾਰਟ ਟਾਈਮ ਉਹ ਕਿੰਨਾ ਕੰਮ ਕਰ ਸਕਦੇ ਨੇ, ਵਰਕ ਅਪਰਚੁਨਿਟੀਜ਼ ਕਿੰਨੀਆਂ ਕੁ ਨੇ, ਉਹ ਆਪਣੇ ਲਿਵਿੰਗ ਐਕਸਪੈਂਸਿਸ ਨੂੰ ਅਫੋਰਡ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਸੈਕੰਡ ਈਅਰ ਦੀ ਫੀਸ ਦੀ ਉਹਨਾਂ ਦੇ ਪੇਰੈਂਟਸ ਨੂੰ ਭੇਜਣ ਦੀ ਜ਼ਰੂਰਤ ਪਏਗੀ ਜਾਂ ਨਹੀਂ ਪਏਗੀ। ਉਹ ਸਾਰੀਆਂ ਚੀਜ਼ਾਂ ਅਸੀਂ ਇੱਕ ਪ੍ਰੀ ਪਲਾਨਡ ਸੈਸ਼ਨ ਦੇ ਵਿੱਚ ਡਿਸਕਸ ਕਰਦੇ ਹਾਂ। ਫਿਰ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨਸ ਨੂੰ ਦੇਖ ਕੇ, ਉਹਨਾਂ ਬੱਚੇ ਦਾ ਇੰਟਰਸਟ ਆਫ ਕੋਰਸ ਦੇਖ ਕੇ, ਉਹਨਾਂ ਦੀ ਪ੍ਰੈਫਰੈਂਸ ਆਫ ਲੋਕੇਸ਼ਨ ਚੈੱਕ ਕਰਕੇ, ਉਸ ਤੋਂ ਬਾਅਦ ਉਹਨਾਂ ਨੂੰ ਕਾਲਜ ਤੇ ਯੂਨੀਵਰਸਿਟੀ ਦੀਆਂ ਆਪਸ਼ਨ ਦਿੱਤੀਆਂ ਜਾਂਦੀਆਂ ਨੇ। ਫਿਰ ਆਫਰ ਇਸ਼ੂ ਹੁੰਦੀ ਆ। ਤਾਂ ਮਤਲਬ ਪਿਛਲੇ 11 ਜਾਂ 12 ਸਾਲਾਂ ਤੋਂ ਨੀਅਰਲੀ 5000 ਪਲੱਸ ਬੱਚਾ ਜਿਹੜਾ ਮੇਰਾ ਕੈਨੇਡਾ ਪਹੁੰਚ ਚੁੱਕਿਆ ਸਰ। ਤੇ ਮੈਨੂੰ ਮਤਲਬ ਈਵਨ ਆਈ ਡੋਂਟ ਨੋ ਕਿ ਹਾਊ ਆਈ ਵਰਕ ਵਿਦ ਸੋ ਮੈਨੀ ਫੈਮਲੀਜ਼, ਕਿ ਬੱਚੇ ਆਉਂਦੇ ਨੇ ਇੱਥੇ, ਕੰਮ ਇਸ ਤਰੀਕੇ ਨਾਲ ਹੁੰਦਾ ਗਾ ਕਿ ਬੱਚੇ ਨੂੰ ਖੁਦ ਵੀ ਪਤਾ ਨਹੀਂ ਲੱਗਦਾ ਕਿ ਹਾਂਜੀ ਸਰ ਇੰਨਾ ਵੈਲ ਪਲਾਨ ਤੇ ਵੈਲ ਆਰਗੇਨਾਈਜ਼ ਕੰਮ ਹੁੰਦਾ ਗਾ। ਤੇ ਸਾਨੂੰ ਬੜਾ ਅੱਛਾ ਫੀਡਬੈਕ ਮਿਲਦਾ ਸਟੂਡੈਂਟਸ ਤੋਂ, ਕਿਉਂਕਿ ਸਟੂਡੈਂਟ ਟੂ ਸਟੂਡੈਂਟ ਨੈਟਵਰਕ ਹੀ ਹੈ ਸਾਡਾ। ਅਸੀਂ ਅੱਜ ਤੱਕ 11 ਸਾਲਾਂ 'ਚ ਕੋਈ ਮਾਰਕੀਟਿੰਗ ਟੈਕਨੀਕ ਯੂਜ਼ ਨਹੀਂ ਕੀਤੀ ਬੱਚੇ ਨੂੰ ਅਟਰੈਕਟ ਕਰਨ ਲਈ। ਜਿੰਨੇ ਵੀ ਕਾਲਜਿਸ ਨੇ ਉਹ ਡਾਇਰੈਕਟ ਅਪਰੋਚ ਕਰਦੇ ਨੇ ਸਾਨੂੰ। ਇੱਥੇ ਬੱਚਿਆਂ ਨਾਲ ਜਿਨ੍ਹਾਂ ਦੇ ਰਿਪਰੈਜ਼ੈਂਟੇਟਿਵ ਜਦੋਂ ਵੀ ਟਾਈਮ ਮਿਲਦਾ ਉਹਨਾਂ ਨੂੰ ਉਹ ਇੰਡੀਆ ਵਿਜ਼ਿਟ ਕਰਦੇ ਨੇ, ਸਾਡੇ ਆਫਿਸ ਆਉਂਦੇ ਨੇ, ਇੱਥੇ ਇੰਟਰੈਕਸ਼ਨ ਹੁੰਦੀ ਹੈ ਉਹਨਾਂ ਦੀ, ਬੱਚਿਆਂ ਨੂੰ ਮਿਲਾਇਆ ਜਾਂਦਾ ਉਹਨਾਂ ਨੂੰ। ਬਾਕੀ ਮੈਂ ਖੁਦ, ਮੇਰਾ ਪਰਸਨਲ ਐਕਸਪੀਰੀਅੰਸ ਹੀ 12 ਸਾਲ ਦਾ ਹੋ ਗਿਆ ਗਾ, ਤੇ ਅਸੀਂ ਹਰ ਕਾਲਜ, ਹਰ ਯੂਨੀਵਰਸਿਟੀ, ਹਰ ਐਮਬੈਸੀ ਦਾ ਜਿਹੜਾ ਲੇਟੈਸਟ ਪ੍ਰੋਸੈਸ ਆ ਉਹਦੇ ਨਾਲ ਹਮੇਸ਼ਾ ਅਪਡੇਟ ਰਹਿੰਦੇ ਹਾਂ। ਸਾਨੂੰ ਪਤਾ ਕਿ ਨੈਕਸਟ ਸਟੈਪ ਕੀ ਹੋਣ ਵਾਲਾ, ਤਾਂ ਬੱਚਿਆਂ ਨੂੰ ਉਹਦੇ ਅਕੋਰਡਿੰਗ ਪਹਿਲਾਂ ਹੀ ਅਸੀਂ ਅਵੇਅਰਨੈਸ ਕਰਕੇ ਰੱਖਦੇ ਹਾਂ। ਤਾਂ ਇੱਥੇ ਇਸ ਤਰੀਕੇ ਨਾਲ ਮਤਲਬ ਸਾਡੇ ਨਾਲ ਦਿਨ ਬ ਦਿਨ ਬੱਚਿਆਂ ਦੀ ਜਿਹੜੀ ਚੇਨ ਉਹ ਵੱਡੀ ਜੁੜਦੀ ਜਾ ਰਹੀ ਹੈ। ਸਰ ਅਗਰ ਆਪਾਂ ਗੱਲ ਕਰੀਏ ਰਿਫਿਊਜ਼ਡ ਵੀਜ਼ਾਸ ਦੀ, ਤੇ ਤੁਸੀਂ ਉਹਦੇ ਲਈ ਬੜੇ ਐਕਸਪਰਟ ਹੋ, ਔਰ ਬਹੁਤ ਸਾਰੇ ਸਟੂਡੈਂਟਸ ਜਿਹੜੇ ਬੜੇ ਨਿਰਾਸ਼ ਹੋਏ ਹੁੰਦੇ ਆ, ਲੋਕ ਜਿਹੜੇ ਨਿਰਾਸ਼ ਹੋ ਜਾਂਦੇ ਆ, ਕਾਫੀ ਵਾਰ ਉਹਨਾਂ ਦੇ ਵੀਜ਼ਾਸ ਨਹੀਂ ਲੱਗਦੇ। ਤੇ ਉਹਦੇ ਬਾਰੇ ਸਾਨੂੰ ਦੱਸੋ ਕਿ ਕਿਵੇਂ, ਕੀ ਤੁਹਾਡੇ 'ਚ ਕਿਲਿੰਗ ਸਟ੍ਰੈਂਥ ਹੈਗੀ ਆ, ਕੀ ਚੀਜ਼ ਹੈ, ਕੀ ਤੁਹਾਡੀ ਫਾਈਲਿੰਗ 'ਚ ਇੰਨਾ ਦਮ ਹੈਗਾ ਕਿ ਤੁਸੀਂ ਉਹਨੂੰ ਕਾਉਂਸਲ ਇੱਦਾਂ ਕਰਦੇ ਹੋ ਕਿ ਉਹਨੂੰ ਈਜ਼ੀ ਜ਼ੋਨ 'ਚ ਲੈ ਜਾਂਦੇ ਹੋ? ਕੀ ਕਹਿਣਾ ਚਾਹੋ? ਸਰ ਦੇਖੋ, ਫਸਟ ਆਫ ਆਲ ਤਾਂ ਕੋਈ ਵੀ ਕੇਸ ਹੈ ਜਦੋਂ ਰਿਫਿਊਜ਼ ਹੁੰਦਾ ਉਹਦੀਆਂ ਇੱਕ ਪ੍ਰੋਪਰ ਗਰਾਊਂਡਸ ਹੁੰਦੀਆਂ ਨੇ ਰਿਫਿਊਜ਼ ਹੋਣ ਦੀਆਂ। ਸਾਰਿਆਂ ਨਾਲੋਂ ਪਹਿਲਾਂ ਜ਼ਰੂਰੀ ਹੈ ਕਿ ਉਹਨਾਂ ਗਰਾਊਂਡਸ ਨੂੰ ਰੀਡ ਕਰਨਾ। ਅਗਰ ਮੇਰੇ ਕੋਲੇ ਪਹਿਲਾਂ ਕੇਸ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਦੇ ਹਾਂ ਕੰਫਰਟੇਬਲੀ, ਅਗਰ ਉਹ ਕੇਸ ਅਗੇਨ ਪੋਜੀਸ਼ਨ ਦੇ ਵਿੱਚ ਹੈਗਾ
ਕਿ ਅਸੀਂ ਉਹਨੂੰ ਦੁਬਾਰੇ ਰਿਪਰੈਜ਼ੈਂਟ ਕਰੀਏ। ਫਿਰ ਅਸੀਂ ਉਸ ਫੈਮਿਲੀ ਨੂੰ ਪ੍ਰੋਪਰਲੀ ਗਾਈਡ ਕਰਨਾ ਕਿ ਅਗਰ ਇਸ ਚੀਜ਼ ਦੇ ਵਿੱਚ ਇੱਥੇ ਆਹ ਚੀਜ਼ਾਂ ਜਿਹੜੇ ਤੁਹਾਡੇ ਲੂਪ ਹੋਲ ਸੀ ਪੁਰਾਣੀ ਫਾਈਲ ਦੇ ਵਿੱਚ, ਜਾਂ ਤੁਸੀਂ ਇੱਥੇ ਵੀਕ ਰਹੇ ਹੋ, ਜਾਂ ਤੁਹਾਡਾ ਸਿਲੈਕਸ਼ਨ ਆਫ ਕੋਰਸ ਐਂਡ ਕਾਲਜ ਗਲਤ ਸੀ, ਜਾਂ ਤੁਸੀਂ ਆਪਣੀ ਸਟੇਟਮੈਂਟ ਆਫ ਪਰਪਸ ਨੂੰ ਉਹਨਾਂ ਇੰਪੈਕਟ ਨਹੀਂ ਦੇ ਸਕੇ ਕਿ ਵੀਜ਼ਾ ਆਫਿਸਰ ਕਨਵਿੰਸ ਨਹੀਂ ਹੋਇਆ, ਤਾਂ ਮਤਲਬ ਪਿਛਲੇ 12 ਸਾਲ ਦੇ ਵਿੱਚ ਹੰਡਰਡਸ ਆਫ ਜਿਹੜੇ ਰਿਫਿਊਜ਼ ਕੇਸ ਨੇ ਜਿਹੜੇ ਸਾਡੇ ਕੋਲੇ ਆਏ ਨੇ। ਈਵਨ ਕਿ ਕੱਲ ਮੇਰਾ 2 ਵੀਜ਼ਾਸ ਆਏ ਨੇ ਪਿੰਡ ਲੱਖੇ ਤੋਂ, ਜਿਹੜੇ ਪਹਿਲਾਂ ਰਿਫਿਊਜ਼ ਕੇਸ ਸੀਗੇ ਤੇ ਕੱਲ ਉਹਨਾਂ ਦੇ ਵੀਜ਼ਾ ਸਟੈਂਪ ਹੋ ਗਏ। ਇਟ ਮੀਨਸ ਕਿ ਅਸੀਂ ਜੋ ਐਕਚੁਅਲ ਦੇ ਵਿੱਚ ਵੀਕਨੈਸ ਆ ਉਹਨੂੰ ਰੀਡ ਕਰਨਾ, ਉਹਦੇ ਤੇ ਕੰਮ ਕਰਕੇ ਸਹੀ ਢੰਗ ਨਾਲ ਰਿਪਰੈਜ਼ੈਂਟ ਕਰਨਾ, ਤਾਂ ਡੈਫੀਨੇਟਲੀ ਰਿਜ਼ਲਟਸ ਆਰ ਯੋਰਸ। ਮੈਨੂੰ ਨਹੀਂ ਲੱਗਦਾ ਕਿ ਪ੍ਰੋਬਲਮ ਆਉਂਦੀ ਹੈ। ਮੈਂ ਟੱਚਵੁੱਡ ਆਪਣੀ ਕੰਪਨੀ ਦਾ ਜੋ ਸਕਸੈਸ ਰੇਟ ਹੈ 98 to 99% ਸਾਡਾ ਐਟ ਪ੍ਰੈਜ਼ੈਂਟ ਜਾ ਰਿਹਾ ਹੈ। ਮਾਰਕੀਟ ਦੇ ਵਿੱਚ ਹਰ ਫੈਮਿਲੀ ਤੇ ਹਰ ਜੋ ਸਾਡੇ ਨਾਲ ਜੁੜਿਆ ਹੋਇਆ ਹਰ ਇੱਕ ਨੂੰ ਇਸ ਚੀਜ਼ ਬਾਰੇ ਪਤਾ। ਸਰ, ਜਿਸ ਤਰੀਕੇ ਦੇ ਨਾਲ ਤੁਸੀਂ ਇੱਥੋਂ ਦੇ ਨਾਲ ਜਗਰਾਵਾਂ ਵੀ ਓਪਨ ਕਰ ਚੁੱਕੇ ਹੋ, ਔਰ ਬਹੁਤ ਸਾਰੇ ਜਿਹੜੇ ਅੱਜ ਐਜੂਕੇਸ਼ਨਿਸਟ ਨੇ, ਜਿਹੜੇ ਲੋਕ ਪੜ੍ਹ ਲਿਖ ਕੇ ਬੈਠੇ ਨੇ, ਉਹਨਾਂ ਦਾ ਮਨ ਕਰਦਾ ਕਿ ਅਸੀਂ ਇਸ ਫੀਲਡ 'ਚ ਆਈਏ। ਆਸ-ਪਾਸ ਦੇ ਇਲਾਕੇ ਦੇ, ਪੰਜਾਬ ਦੇ ਇਲਾਕੇ ਦੇ ਲੋਕ ਤੁਹਾਨੂੰ ਅਪਰੋਚ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਾਰਚੂਨਰ ਆਈਲੈਟਸ ਹੈਗਾ ਉਹ ਲੋਕਾਂ ਨੂੰ ਹੋਰ ਵੀ ਫਰੈਂਚਾਈਜ਼ੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਦਊਗਾ, ਪ੍ਰੈਫਰ ਕਰੋਗੇ ਤੁਸੀਂ? ਅਗਰ ਕੋਈ ਮਿਹਨਤੀ ਇਮਾਨਦਾਰ ਬੰਦੇ ਜਿਹੜੇ ਹੈਗੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ, ਉਹਦੇ ਬਾਰੇ ਕੀ ਕਹਿਣਾ? ਸਰ ਦੇਖੋ, ਪਿਛਲੇ 12 ਸਾਲ ਤੋਂ ਇਹ ਜੋ ਪ੍ਰੋਫੈਸ਼ਨ ਹੈ ਐਕਚੁਅਲੀ ਇਹ ਵਿਸ਼ਵਾਸ ਨਾਲ ਬਹੁਤ ਜ਼ਿਆਦਾ ਜੁੜਿਆ ਹੈ। ਵਿਸ਼ਵਾਸ ਦੇ ਨਾਲ ਨਾਲ ਇਹਦੇ ਨਾਲ ਪੈਸਾ ਬਹੁਤ ਜੁੜਿਆ ਹੈ। ਮਤਲਬ ਅਸੀਂ ਹਰ ਇੱਕ ਫੈਮਿਲੀ ਜਿਹੜੀ ਵੀ ਮੇਰੇ ਕੋਲ ਆਈ ਆ, ਉਹਨਾਂ ਨੇ ਕਿਉਂਕਿ ਕੈਨੇਡਾ ਜਾਣ ਲਈ ਜਾਂ ਆਸਟ੍ਰੇਲੀਆ ਜਾਣ ਲਈ ਇੱਕ ਫੈਮਿਲੀ ਨੂੰ 15 ਤੋਂ 20 ਲੱਖ ਰੁਪਇਆ ਖਰਚਣਾ ਪੈਂਦਾ ਹੈ। ਤਾਂ ਇਟ ਮੀਨਸ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿੰਨੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ, ਕਿਉਂਕਿ ਉਹਨਾਂ ਦਾ ਪੈਸਾ ਸਹੀ ਢੰਗ ਨਾਲ ਇਨਵੈਸਟ ਹੋਵੇ। ਜੋ ਸਾਡੀ ਸੋਚ ਪਿਛਲੇ 12 ਸਾਲ ਤੋਂ ਸਾਡੀ ਕੰਪਨੀ ਦੀ ਰਹੀ ਹੈ, ਉਹ ਵੀ ਮੇਰਾ ਬ੍ਰਾਂਚ ਆਫਿਸ ਹੈ। ਅਸੀਂ ਕੋਈ ਫਰੈਂਚਾਈਜ਼ੀ ਨਹੀਂ ਦਿੱਤੀ ਹਜੇ ਤੱਕ ਐਜ਼ ਆਫ ਨਾਓ, ਤੇ ਇਹ ਮੇਰਾ ਹੈੱਡ ਆਫਿਸ ਆ। ਮਤਲਬ ਇਸ ਨੂੰ ਬੜੀ ਮਿਹਨਤ ਨਾਲ ਅਸੀਂ ਸਿਰਜਿਆ। ਇੱਕ ਜਗਰਾਉਂ ਦੇ ਵਿੱਚ ਵੀ ਮੈਨੂੰ 2 ਸਾਲ ਹੋ ਗਏ। ਮਤਲਬ ਕਮ ਸੇ ਕਮ 500 ਫੈਮਿਲੀ ਮੇਰੇ ਨਾਲ ਜੁੜ ਚੁੱਕੀ ਹੈ ਉੱਥੋਂ ਦੀ, ਜਿਨ੍ਹਾਂ ਨੂੰ ਬਹੁਤ ਅੱਛੀਆਂ ਸੇਵਾਵਾਂ ਮਿਲੀਆਂ ਨੇ ਸੇਮ ਫੀਲਡ ਦੀਆਂ। ਹਾਂ, ਅਸੀਂ ਐਕਸਪੈਂਡ ਕਰਾਂਗੇ, ਜ਼ਰੂਰ ਕਰਾਂਗੇ, ਸਾਡਾ ਮਨ ਹੈਗਾ, ਪਰ ਉਸ 'ਤੇ ਅਸੀਂ ਪਲਾਨਿੰਗ ਕਰ ਰਹੇ ਹਾਂ ਵੀ ਉਸ ਨੂੰ ਕਿਸ ਢੰਗ ਨਾਲ, ਵਧੀਆ ਢੰਗ ਨਾਲ, ਤਾਂ ਕਿ ਜੋ ਟਰਸਟ ਫੋਰਚੂਨ ਦਾ ਬਣਿਆ ਹੋਇਆ ਲੋਕਾਂ ਦੇ ਵਿੱਚ ਉਹ ਇਸੇ ਢੰਗ ਨਾਲ ਬਣਿਆ ਰਹੇ ਕਿ ਹਾਂਜੀ ਜੋ ਬਲਵੰਤ ਸਰ ਸਰਵਿਸ ਦਿੰਦੇ ਨੇ ਜਾਂ ਜੋ ਉਹਨਾਂ ਦੀ ਕਮਿਟਮੈਂਟ ਆ ਟੂ ਦੀ ਕਸਟਮਰ, ਉਹ ਐਜ਼ ਇਟ ਇਜ਼ ਹੀ ਮੇਨਟੇਨ। ਬਲਵੰਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਦਰਸ਼ਕਾਂ ਨਾਲ ਰੂਬਰੂ ਹੋਏ ਔਰ ਉਹਨਾਂ ਨੂੰ ਗਾਈਡ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹ ਬਾਹਰ ਜਾ ਸਕਦੇ ਨੇ ਔਰ ਕਿੱਦਾਂ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਹੈਗੀਆਂ ਉਹ ਤੁਸੀਂ ਲੋਕਾਂ ਨਾਲ, ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਾਡੀ ਟੀਮ ਨੇ ਉੱਥੇ ਪੜ੍ਹ ਰਹੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ। कैसा आपको लग रहा है? कितना दी टीचिंग है ਇੱਥੇ? All the teachers are very friendly and I understand. In which country you are going to class? I am planning to go to Canada for my higher studies. बेटा कितना महसूस कर रहे हो? I am feeling सिर्फ पढ़ाई करनी बढ़िया के ना पर्सनैलिटी डेवलपमेंट की गल कर रही है, होर चीज़ों की गल कर रही है? sir. बड़ा कितना बॉडी लेवल चेंज होया जो दे से आए ना, पहला स्टार्टिंग की बॉडी की लेवल से हो साक्षी बेटा कितना महसूस कर रहे हो? ਸਰ ਆਮ ਫੀਲਿੰਗ ਵੈਰੀ ਗੁੱਡ ਬਿਕੋਜ਼ ਜਿਹੜੇ ਟੀਚਰਸ ਦਾ ਵੇ ਸਟੱਡੀ ਕਰਵਾਉਣ ਦਾ ਬਹੁਤ ਵਧੀਆ ਹੈ ਤੇ ਮਤਲਬ ਹਰ ਇੱਕ ਪ੍ਰੋਬਲਮ ਨੂੰ ਆਪਣੇ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਉਂਦੇ ਨੇ, ਜਿਹਦੇ ਨਾਲ ਕਿ ਆਪਾਂ ਨੂੰ ਬਿਲਕੁਲ ਵੀ ਡਿਫਿਕਲਟੀ ਨਹੀਂ ਆਉਂਦੀ ਸਟੱਡੀ ਵਿੱਚ। बेटा जिस तरीके ਤੁਹਾਡੇ ਐਮਡੀ ਹੈ ਜਿਹੜੇ ਉਹ ਬੜੇ ਈਜ਼ੀਲੀ ਅਪਰੋਚੇਬਲ ਨੇ, ਕਦੋਂ ਮਰਜ਼ੀ ਉਹਨਾਂ ਨੂੰ ਮਿਲ ਸਕਦਾ, ਪੇਰੈਂਟਸ ਵੀ ਮਿਲ ਸਕਦੇ ਆ। ਕਿਵੇਂ ਲੱਗਦਾ ਵੀ ਇੱਥੇ ਤੁਸੀਂ ਆਈਲੈਟਸ ਕਰੋਗੇ ਔਰ ਇੱਥੇ ਸਟੱਡੀ ਵੀਜ਼ਾ ਲਵਾ ਕੇ ਤੇ ਬਾਹਰ ਫੋਰਨ ਦੇ ਵਿੱਚ ਜਾਓਗੇ? ਹਾਂਜੀ ਬਿਲਕੁਲ, ਜਦੋਂ ਸਾਨੂੰ ਰਾਈਟਿੰਗ ਦੇ ਟੈਸਟ ਔਰ ਕਿੱਦਾਂ ਹੁਣ ਹੌਲੀ ਹੌਲੀ ਇੰਪਰੂਵਮੈਂਟ ਕਿੱਦਾਂ ਕੀ ਆ ਰਹੀ ਹੈ ਇੰਗਲਿਸ਼ ਸਪੀਕਿੰਗ ਦੇ ਵਿੱਚ? ਕਿਵੇਂ ਜਾਣ ਦੀ ਮਤਲਬ ਪੈ ਰਹੀ ਹੈ ਥੋੜੀ ਜਿਹੀ? ਬੇਟਾ ਚਾਰੇ ਮੋਡਿਊਲਸ ਦੇ ਨਾਲ ਨਾਲ ਜਿੱਦਾਂ ਪਰਸਨੈਲਿਟੀ ਡਿਵੈਲਪਮੈਂਟ ਲਈ ਤੁਹਾਨੂੰ
ਕਰਾਉਂਦੇ ਨੇ, ਉਹਦੇ ਨਾਲ ਆਪਾਂ ਜਨਰਲ ਨੌਲੇਜ ਦੀ ਗੱਲ ਕਰ ਲਈਏ ਤਾਂ ਹਰ ਪਾਸੇ ਤੁਹਾਨੂੰ ਲੱਗ ਰਿਹਾ ਕਿ ਇਹ ਵਿਕਾਸ ਹੋ ਰਿਹਾ ਤੁਹਾਡਾ? And from Haryana, you preferred this place? Yes, ये कहाँ से है? फतेहगढ़। फतेहबाद से यहाँ आपने प्रेफर किया? हाँ, मेरे मासी जी यहाँ पे मैंने प्रैक्टिस करी। बड़ा कितना लगता है? सर बढ़िया लग रहा। कितना की पढ़ाई थी? बहुत बढ़िया वैसे पहला नालों ज़्यादा प्रोग्रेस लग रही है इससे। ਬਟ ਇਦਾਂ ਤਾਂ ਨਹੀਂ ਟੀਚਰ ਬਾਉਂਸਰ ਛੱਡ ਜਾਂਦੇ ਆ ਵੀ ਬੜੀ ਤੇਜ਼ੀ ਨਾਲ ਇੰਗਲਿਸ਼ ਬੋਲ ਜਾਂਦੇ ਆ ਔਰ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਪ੍ਰਾਈਵੇਟ ਸਿਚੁਏਸ਼ਨ ਦੇ ਹੁੰਦੇ ਆ ਕਿ ਉਹ ਈਜ਼ ਕਰ ਲੈਂਦੇ ਆ, ਹਰ ਚੀਜ਼ ਨੂੰ ਵਧੀਆ ਤਰੀਕੇ ਨਾਲ ਕਰਾ ਦਿੰਦੇ। मतलब टीचर्स पहले पूछते हैं पर समझ आई कि नहीं आई, फिर उसके बाद नेक्स्ट करवाते हैं टीचिंग। ਬੇਟਾ ਉਹ ਐਕਸਟੈਂਡ ਜਿਹੜਾ ਤੁਹਾਡੇ 'ਚ ਪਹਿਲਾਂ ਹੀ ਸੀਗਾ, ਪਹਿਲਾਂ ਹੀ ਆਪਾਂ ਟੈਂਸਿਸ ਪੜ੍ਹੇ ਹੁੰਦੇ ਆ, ਪਹਿਲਾਂ ਹੀ ਆਪਾਂ ਗ੍ਰਾਮਰ ਕੀਤੀ ਹੁੰਦੀ ਆ, ਸੋਚਦੇ ਹੋ ਕਿ ਇਹ ਉਹਨੂੰ ਹਿਲਾਜੇ ਦਿੰਦੇ ਆ, ਮਤਲਬ ਥੋੜਾ ਜਿਹਾ ਮੋਟੀਵੇਟ ਕਰ ਦਿੰਦੇ ਆ, ਐਕਟੀਵੇਟ ਕਰ ਦਿੰਦੇ ਆ, ਉਹਦੇ ਨਾਲ ਆਪਾਂ ਨੂੰ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਪਹਿਲੀਆਂ ਜਿਹੜੀਆਂ ਪੜ੍ਹੀਆਂ ਹੁੰਦੀਆਂ ਉਹੀ ਚੀਜ਼ਾਂ ਗਾਂ ਅੱਗੇ ਨਾਲ ਅਟੈਚ ਕਰਕੇ ਤੇ ਆਈਲੈਟਸ ਦਾ ਜਿਹੜਾ ਬੜਾ ਆਸਾਨ ਜਿਹਾ ਕੰਮ ਲੱਗਦਾ। नहीं आईएलटीएस आसान था या बट हो रहा कि हो रहा ताकत के ग्रामर हो रही इजीली समझाई जा रही है, नहीं ताकि तो कभी समझ सके टीचर्स को करनी। ਰੇਸ਼ੋ ਜਿਹੜੀ ਹੈਗੀ ਇੱਥੇ ਬੜੀ ਵਧੀਆ ਹੈਗੀ ਆ, ਇੱਕ ਸਟੂਡੈਂਟਸ ਦੇ ਨਾਲ ਟੀਚਰਸ ਦੇ ਜਿਹੜੀ ਹੈਗੀ ਆ ਨਾਲ ਅਟੈਚਮੈਂਟ ਹੁੰਦੀ ਹੈ, ਕੀ ਕਰਨਾ? यस सर, सारे स्टूडेंट्स ने कॉपी करते हैं, उन्होंने अंडरस्टैंड ਬੜਾ ਕਿੱਦਾਂ ਫੀਲ ਕੀਤੇ? कर रहे हैं सर, बहुत सपोर्ट कर रहे हैं, जिससे मतलब मेन चीज़ समझ आ रही है, बहुत बढ़िया हाँ जी, बहुत बढ़िया। ਔਰ ਨਰਜੀ ਆਈ ਜਾਂਦੀ ਹੌਲੀ ਹੌਲੀ, ਬੜਾ ਕਿੱਦਾਂ ਲੱਗਦਾ ਤੁਹਾਨੂੰ? ਔਰ ਜੋ ਹੋਵੇ ਜਿਹਾ ਲੱਗਦਾ ਸੀਗਾ ਆਈਲੈਟਸ ਪਤਾ ਨਹੀਂ ਕੀ ਹੋਊਗੀ, ਹੁਣ ਹੌਲੀ ਹੌਲੀ ਇੰਪਰੂਵਮੈਂਟ ਆਉਣ ਦਾ ਕਾਰਨ ਵੀ ਇਹ ਕਿ ਆਪਦੀ ਵੀ ਤੁਹਾਡੀ ਮਿਹਨਤ ਔਰ ਨਾਲ ਟੀਚਰਸ ਜਿਹੜੀ ਹੈਗੀ ਆ ਬੇਟਾ ਵਧੀਆ ਬੈਂਡ ਸਕੋਰ ਵਾਲੇ ਜਿਹੜੇ ਟੀਚਰਸ ਨੇ ਉਹ ਤੁਹਾਨੂੰ ਇੱਥੇ ਪੜ੍ਹਾ ਰਹੇ ਨੇ, ਉਹਦੇ ਨਾਲ ਜਿਸ ਤਰੀਕੇ ਨਾਲ ਕੋਈ ਇੰਟਰਵਿਊਜ਼ ਦੀ ਗੱਲ ਹੋਏ ਉਹਦੇ ਨਾਲ ਵੀ ਤੁਹਾਨੂੰ ਪ੍ਰਿਪੇਅਰ ਕਰ ਰਹੇ ਨੇ, ਹਰ ਚੀਜ਼ ਲਈ ਤੁਹਾਨੂੰ ਇਹ ਪਰਿਪੱਕ ਕਰ ਰਹੇ ਨੇ, ਕਿੱਦਾਂ ਕਹਿਣਾ? ਬੇਟਾ ਕਿੱਦਾਂ ਮਹਿਸੂਸ ਕਰਦਾ? ਠੀਕ ਹੋ ਰਿਹਾ ਸਰ? ਬੜੀ ਯੰਗ ਏਜ ਹੈ ਤੁਹਾਡੀ ਔਰ ਉਸ ਯੰਗ ਏਜ ਦੇ ਵਿੱਚ ਐਜ਼ ਅ ਟੀਚਰ ਕਿੱਦਾਂ ਤੁਹਾਨੂੰ ਲੱਗ ਰਿਹਾ ਹੈਗਾ? ਤੁਹਾਡੇ ਬੱਚੇ ਜਿਹੜੇ ਸਾਹਮਣੇ ਬੈਠੇ ਨੇ ਉਹ ਬੱਚੇ ਵੀ ਤੁਹਾਡੀ ਏਜ ਦੇ ਨੇ, ਕੀ ਲੱਗਦਾ ਤੁਹਾਨੂੰ ਵੀ ਕਿਵੇਂ ਮਤਲਬ ਮੈਂ ਇਸ ਇੰਸਟੀਟਿਊਸ਼ਨ ਨੇ ਫਾਰਚੂਨਰ ਨੇ ਮੈਨੂੰ ਇੱਕ ਨੈਟਵਰਕ ਦਿੱਤਾ ਔਰ ਉਹ ਨੈਟਵਰਕ ਤੁਸੀਂ ਅੱਗੇ ਆਪਣੀ ਜਿਹੜੀ ਹੈਗੀ ਆ ਵਿਦਿਆ ਦਾ ਦਾਨ ਵੰਡ ਰਹੇ ਹੋ? It's a big opportunity for me that I am working here in Fortune. I'm really thankful for the Balwant sir. And there's no way that I am distributing the knowledge to the students. These are my strategies which I am giving to all of them. And it would be beneficial for them in their future. So that's why I'm here in the Fortune. And as far as your students are concerned, they are very well talented. ਔਰ ਉਹਦੇ ਨਾਲ ਉਹ ਵੀ ਤੁਹਾਨੂੰ ਨਾਲ ਸਿਖਾਉਂਦੇ ਰਹਿੰਦੇ ਆ ਔਰ ਨਵੇਂ ਚੀਜ਼ਾਂ ਪਤਾ ਲੱਗਦਾ ਰਹਿੰਦਾ, ਰੋਜ਼ ਤੁਹਾਡੀ ਵੀ ਨੌਲੇਜ ਵਧਦੀ ਰਹਿੰਦੀ ਹੈ। Yes sir, many of the things I have learned from the students, they are having a new type of words and new type of strategies, like how to solve the quotients and complex equations. I am also learning from them also. And as far as their energy levels are concerned, ਬੜੇ ਅਟੈਕਿੰਗ ਸਟੂਡੈਂਟਸ ਨੇ, ਉਹਨਾਂ ਨੂੰ ਬਹਾਨਾ ਉਹਨਾਂ ਦੀ એનર્ਜੀ ਲੈਵਲਸ ਨੂੰ ਪੇਸ ਨੂੰ ਜਿਹੜੀ ਹੈਗੀ ਆ ਉਹਨੂੰ ਸ਼ਾਂਤ ਕਰਨਾ, ਕੀ ਕਰਦੇ ਹੋ ਫਿਰ ਤੁਸੀਂ? ਹਰ ਰੋਜ਼ ਕੋਈ ਨਵਾਂ ਢੰਗ ਲੱਭਦੇ ਹੋ ਵੀ ਜਿਹਦੇ ਨਾਲ ਉਹਨਾਂ ਨੂੰ ਸਵਾਦ ਜਾਵੇ ਪੜ੍ਹ ਕੇ, ਮਤਲਬ ਉਹਨਾਂ ਨੂੰ ਇੰਜੋਏ ਜਿਹਾ ਬਣਿਆ ਰਹੇ? Many of the efforts that I am doing for the students, like I can consider them as childish. They are showing their childish nature to the teachers, but they are well here. They are learning very good things here, and they are well educated, I can say that, and they are good. ਐਂਡ ਫਾਰਚੂਨਰ ਦੀ ਜਿਹੜੀ ਟੀਮ ਹੈਗੀ ਆ, ਜਿਹੜੇ ਤੁਹਾਡੇ ਐਮਡੀ ਨੇ, ਕੋਈ ਵੀ ਤੁਹਾਨੂੰ ਚੀਜ਼ ਦੀ ਪ੍ਰੋਬਲਮ ਆਉਂਦੀ ਆ, ਕੋਈ ਚੀਜ਼ ਤੁਹਾਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਕਿਸੇ ਤਰ੍ਹਾਂ ਦੀ, ਉਹ ਹਮੇਸ਼ਾ ਤੁਹਾਡੇ ਨਾਲ ਅਟੈਚ ਨੇ? Yes sir, always he stand for us. Each and everything he is distributing us, like helping us in every field. ਥੈਂਕ ਯੂ। ਮੌਕ ਟੈਸਟ ਹੋ ਰਿਹਾ ਬੱਚਿਆਂ ਦਾ ਔਰ ਤੁਸੀਂ ਇੰਟੈਗਰਲ ਹੋ ਇੱਥੇ, ਕਿੱਦਾਂ ਲੱਗਦਾ ਤੁਹਾਨੂੰ ਫਾਰਚੂਨਰ ਦੇ ਵਿੱਚ? ਪਿਛਲੇ ਲੰਬੇ ਸਮੇਂ ਤੋਂ ਤੁਸੀਂ ਆਪਣੇ ਸਮਾਂ ਦੇ ਰਹੇ ਹੋ ਇੱਥੇ? Very good afternoon, sir.
I feel very good while working here, and I am conducting the mock class. So we are providing the exam environment in this class. Students are doing their modules at their own basis, and after that I discuss the all modules, reading, writing and listening and speaking as well. And after that they discuss their problems with me, and we find the better solutions for their good band scorings. So we are here for their help, and we are here for their better future. Teachers are really good over here. And they're They're really supportive and they help in each and every way to make them more better. ਔਰ ਜਿਸ ਤਰੀਕੇ ਦਾ ਐਟਮੋਸਫੀਅਰ ਹੁਣ ਤੁਹਾਨੂੰ ਪੇਪਰ ਦੇਣ ਦਾ ਮਿਲ ਰਿਹਾ ਹੈਗਾ, ਤੁਹਾਨੂੰ ਉਦਾਂ ਹੀ ਲੱਗਦਾ ਜਿਵੇਂ ਪੇਪਰ 'ਚ ਆਪਾਂ ਬੈਠੇ ਹੋਈਏ ਔਰ ਉਵੇਂ ਹੀ ਮਤਲਬ ਉਹੀ ਫੀਲਿੰਗ ਆਉਂਦੀ ਹੈ। Yes, ਕਿੱਦਾਂ ਹੋਇਆ ਅੱਜ ਦਾ ਮੌਕ ਟੈਸਟ, ਕਿੱਦਾਂ ਤੁਹਾਡਾ ਚੱਲ ਰਿਹਾ? it was good, and now we discuss the problems which I have faced during mock test. ਥੋੜਾ ਕਿੱਦਾਂ ਲੱਗ ਰਿਹਾ? I feel very better there. ਔਰ ਅੱਜ ਦਾ ਮੌਕ ਟੈਸਟ ਕਿੱਦਾਂ? It was very good. ਬਟ ਇਨ ਵਿਚ ਕੰਟਰੀ ਯੂ ਆਰ ਪਲੈਨਿੰਗ? I am planning for Canada for my tertiary level education. So I think it is my better decision to become a doctor there. ਐਂਡ ਐਸ ਫਾਰ ਐਸ ਫੋਰਚੂਨਰੀ ਇਜ਼ ਕੰਸਰਨ, ਇਹ ਤੁਹਾਨੂੰ ਨੈਟਵਰਕ ਦੇ ਰਿਹਾ ਕਿ ਜਿਹਦੇ ਲਈ ਤੁਹਾਡਾ ਇੱਕ ਖਰਚਾ ਤਿਆਰ ਹੋ ਜਾਵੇ। Yes, it gives me the direct path for my destination. ਬੇਟਾ ਕਿੱਦਾਂ ਮਹਿਸੂਸ ਕਰਦੇ ਹੋ? I feel very happy. ਔਰ ਪਹਿਲਾਂ ਨਾਲੋਂ ਬੋਡੀ ਲੈਂਗੁਏਜ ਦਾ ਕਿੰਨਾ ਕੁ ਫਰਕ ਹੈ? ਪਹਿਲਾਂ ਜਦੋਂ ਸਟਾਰਟਿੰਗ ਕੀਤੀ ਸੀਗੀ ਉਦੋਂ ਮਤਲਬ ਕਿਵੇਂ ਸੀਗਾ, ਹੁਣ ਕਿੱਦਾਂ? It was much better now. ਬਟ ਹਾਊ ਆਰ ਫੀਲਿੰਗ? ਬਿਲਕੁਲ ਮਦਰ ਫਾਦਰ ਨੂੰ ਵਧੀਆ ਲੱਗ ਰਿਹਾ ਕਿ ਹੁਣ ਕਿਉਂਕਿ ਜਦੋਂ ਜਾਂਦੇ ਹੋ ਘਰ ਤੇ ਇੱਕ ਨਵੀਂ એનર્ਜੀ ਲੈ ਕੇ ਜਾਂਦੇ ਹੋ। ਬੇਟਾ ਕਿੱਦਾਂ ਲੱਗਦਾ ਤੁਹਾਨੂੰ? ਬਹੁਤ ਵਧੀਆ ਮਾਹੌਲ ਵੀ ਵਧੀਆ ਬਈ, ਇੰਸਟੀਟਿਊਟ ਵੀ ਬਹੁਤ ਵਧੀਆ। ਅੱਜ ਦਾ ਮੌਕ ਟੈਸਟ ਦੇ ਵਿੱਚ ਹੁਣ ਤੁਸੀਂ ਉਹੀ ਮਤਲਬ ਐਟਮੋਸਫੀਅਰ ਦਾ ਬੰਦਾ ਹੈਗਾ ਤੇ ਲੱਗਦਾ ਵੀ ਹਾਈਲਾਈਟਸ ਹੁਣ ਚੰਗੇ ਬਣ ਆ ਜਾਣਗੇ। ਹਾਂਜੀ ਹਾਂਜੀ, ਹੁਣ ਲੱਗਦਾ ਹੀ ਆ ਜਾਣਗੇ ਚੰਗੇ ਬਣ। We are the Fortune team. We have been working here for more than 12 years in this area. So we are having the best team in the arena. So we have been working hard to get the best results for the students in their first attempt of IELTS or PT. So we request every student to come here to join us to get the best results in this area. So all the results we have got in our past, thus because the efforts they have made and the hard work and the knowledge and the application of the right knowledge in the right time, and they are working hard on each students to upgrade the skills of the students. So you must join Fortune IELTS School as soon as you are making the plan to go abroad and to prepare for it. Thank you. Hi, good morning. Are you looking for a Canada career? You're looking for any undergraduate or post-graduation course in Canada? So we are here to assist you with the better experience and the ultimate skills, because our company has been working for more than 11 years and we are cultivating a very good results in this area. So many students have come to our company in our past, and we have achieved more than 98% success rate on all of those applications. So we have the head office at Rycote City, and it's nearly 12 years old office. We have our own commercial complex where we are providing IELTS training as well as PTE training, and we have the immigration office registered with the Punjab government. We having another branch office in the heart of the city, Jagraon. It's in the Regal Market. It's very convenient to come. If you have any query related to Canadian immigration services for student visa, spouse visa, super visa, visitor visa, so you can come to us, visit us, and you can send your queries on my WhatsApp number directly. It's 98552 65661. Thank you.